ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਕੌਣ ਹੋਵੇ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ। ਜਿਵੇਂ ਉਮੀਦ ਸੀਗੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਖੇਤੀ ਬਿੱਲਾਂ ਦੇ ਖਿਲਾਫ ਜਾਰੀ ਰੋਸ ਪ੍ਰਦਰਸ਼ਨਾਂ ਦੇ ਦਰਮਿਆਨ ਸਰਕਾਰ ਦੇ ਵੱਲੋਂ ਭੇਜੇ 3 ਵਿਵਾਦਤ ਖੇਤੀ ਬਿੱਲ ਜਿਹੜੇ ਅਤੇ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕਰਤਾ। ਜੰਮੂ ਕਸ਼ਮੀਰ ਸਰਕਾਰੀ ਭਾਸ਼ਾਵਾਂ ਬਿੱਲ ਨੂੰ ਸਹਿਮਤੀ ਦੇਣ ਦੇ ਉੱਤੇ ਮੋਹਰ ਜਿਹੜੀ ਹੈ ਉਹ ਲਾਤੀ ਹੈ। ਔਰ ਰਾਸ਼ਟਰਪਤੀ ਦੀ ਪ੍ਰਵਾਨਗੀ ਦੇ ਨਾਲ ਹੁਣ ਇਹ ਬਿੱਲ ਕਾਨੂੰਨ ਦਾ ਰੂਪ ਅਖਤਿਆਰ ਕਰਕੇ ਇਹਨਾਂ ਕਾਨੂੰਨਾਂ ਨੂੰ ਸਰਕਾਰੀ ਗਜਟ ਦੇ ਵਿੱਚ ਨੋਟੀਫਾਈ ਕਰ ਦਿੱਤਾ ਗਿਆ। ਔਰ ਗਜਟ ਨੋਟੀਫਿਕੇਸ਼ਨ ਦੇ ਮੁਤਾਬਕ ਰਾਸ਼ਟਰਪਤੀ ਨੇ 3 ਬਿੱਲਾਂ ਕਿਸਾਨੀ ਜਿਣਸ ਵਪਾਰ ਅਤੇ ਵਣਜ ਬਿੱਲ 2020, ਕਿਸਾਨਾਂ ਦੇ ਜਿਹੜਾ ਸੇਵਾਵਾਂ ਬਾਰੇ ਕਰਾਰ ਬਿੱਲ 2020, ਜ਼ਰੂਰੀ ਵਸਤਾਂ ਸੋਧ ਬਿੱਲ 2020 ਇਹਨੂੰ ਮਨਜ਼ੂਰੀ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ। ਔਰ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਕਸ਼ਮੀਰੀ, ਡੋਗਰੀ ਅਤੇ ਹਿੰਦੀ ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਬਣ ਗਈਆਂ ਨੇ। ਉਰਦੂ ਅਤੇ ਅੰਗਰੇਜ਼ੀ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਅਧਿਕਾਰਤ ਭਾਸ਼ਾਵਾਂ ਸੀ। ਰਾਸ਼ਟਰਪਤੀ ਨੇ ਜੰਮੂ ਕਸ਼ਮੀਰ ਸਰਕਾਰੀ ਭਾਸ਼ਾ ਬਿੱਲ 2020 ਦੇ ਉੱਤੇ ਰਸਮੀ ਮੋਹਰ ਲਾਤੀ ਹੈ। ਔਰ ਜੰਮੂ ਅਤੇ ਕਸ਼ਮੀਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪੰਜਾਬੀ ਬੋਲਦੇ ਹਨ, ਪਰ ਇਹਦੇ ਬਾਵਜੂਦ ਬਿੱਲ ਵਿੱਚ ਪੰਜਾਬੀ ਨੂੰ ਪੂਰੀ ਤਰੀਕੇ ਨਾਲ ਅਣਗੌਲਿਆ ਜਿਹੜਾ ਉਹ ਕੀਤਾ ਗਿਆ। ਇਹਦੇ ਵਿੱਚ ਗ੍ਰਹਿ ਰਾਜ ਮੰਤਰੀ ਨੇ ਬਹਿਸ ਦੇ ਦੌਰਾਨ ਇਹ ਦਾਅਵਾ ਕੀਤਾ ਸੀਗਾ ਕਿ ਸਰਕਾਰ ਖਿੱਤੇ ਦੇ ਵਿੱਚ ਬਾਕੀ ਭਾਸ਼ਾਵਾਂ ਜਿਵੇਂ ਪੰਜਾਬੀ, ਗੁਜਰੀ ਅਤੇ ਪਹਾੜੀ ਨੂੰ ਉਤਸ਼ਾਹਿਤ ਕਰਨ ਲਈ ਸਟੈਪ ਜਿਹੜਾ ਜੀ ਉਹ ਚੁੱਕੂਗੀ। ਵਿਰੋਧੀ ਧਿਰਾਂ ਸਣੇ ਉਸ ਮੌਕੇ NDA ਸ਼ਾਮਲ ਅਕਾਲੀ ਦਲ ਨੇ ਪੰਜਾਬੀ ਨੂੰ ਅਣਗੌਲਿਆ ਕੀਤੇ ਜਾਣ ਦਾ ਵਿਰੋਧ ਜਿਹੜਾ ਜੀ ਕੀਤਾ ਸੀ, ਪਰ ਸਭ ਨੂੰ ਪਤਾ ਕਿ ਉਹ ਵਿਰੋਧ ਜਿਹੜਾ ਉਹ ਕਿਹੋ ਜਿਹਾ ਸੀਗਾ। ਸੋ ਰਾਸ਼ਟਰਪਤੀ ਦੇ ਵੱਲੋਂ ਇਹਨਾਂ ਬਿੱਲਾਂ 'ਤੇ ਮੋਹਰ ਲਾ ਦਿੱਤੀ ਗਈ ਹੈ। ਕੁਝ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਰਾਸ਼ਟਰਪਤੀ ਇਹਨਾਂ ਬਿੱਲਾਂ ਦੇ ਉੱਤੇ ਵਿਚਾਰ ਕਰਨਗੇ, ਪਰ ਅਜਿਹਾ ਨਹੀਂ ਸੀ ਹੋ ਸਕਦਾ, ਕਿਉਂਕਿ ਸਭ ਨੂੰ ਪਤਾ ਹੈ ਕਿ ਉਹ ਰਬੜ ਸਟੈਂਪ ਨੇ, ਇਸ ਤੋਂ ਬਾਅਦ ਉਹ ਹੋਰ ਕੁਝ ਜ਼ਿਆਦਾ ਨਹੀਂ ਸੀ ਜਿਹੜਾ ਜੀ ਉਹ ਕਰ ਸਕਦੇ। ਅੱਜ ਜਿਹੜੀ ਕਾਂਗਰਸ ਹੈ ਉਹ ਖਟਕੜ ਕਲਾਂ ਦੇ ਵਿੱਚ ਇਕੱਠੀ ਹੋਣ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਫਿਰ ਇੱਕ ਵਾਰੀ ਲੰਮੇ ਸਮੇਂ ਬਾਅਦ ਨਿਕਲਣਗੇ ਖਟਕੜ ਕਲਾਂ ਜਾਣ ਲਈ। ਉਹਨਾਂ ਦੀ ਮਜਬੂਰੀ ਆ ਖਟਕੜ ਕਲਾਂ ਜਾਣਾ। ਮਜਬੂਰੀ ਇਹ ਆ ਕਿ ਪੰਜਾਬ ਪ੍ਰਦੇਸ਼ ਦੇ ਮਾਮਲਿਆਂ ਦੇ ਇੰਚਾਰਜ ਜਿਹੜੇ ਨੇ ਉਹ ਇੱਥੇ ਆ ਰਹੇ ਨੇ, ਔਰ ਜਿਹਦੇ ਕਰਕੇ ਉਹਨਾਂ ਨੂੰ ਉੱਥੇ ਜਿਹੜਾ ਜੀ ਉਹ ਜਾਣਾ ਪੈਣਾ। ਔਰ ਇਹ ਕਿਹਾ ਜਾ ਰਿਹਾ ਕਿ ਇੱਥੇ ਖਟਕੜ ਕਲਾਂ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਇਕਜੁੱਟਤਾ ਦਾ ਪ੍ਰਗਟਾਵਾ ਕਰੂਗੀ। ਖਟਕੜ ਕਲਾਂ ਦੇ ਵਿੱਚ ਖੇਤੀ ਬਿੱਲਾਂ ਦੇ ਖਿਲਾਫ ਰੋਸ ਮੁਜ਼ਾਹਰਾ ਜਿਹੜਾ ਉਹ ਕੀਤਾ ਜਾਊਗਾ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਬਾਕੀ ਹੋਰ ਆਗੂ ਇੱਥੇ ਸ਼ਾਮਲ ਜਿਹੜਾ ਜੀ ਉਹ ਹੋਣਗੇ। ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਸਰਕਾਰ ਪਹਿਲਾਂ ਹੀ ਕਾਨੂੰਨੀ ਅਤੇ ਖੇਤੀ ਮਾਹਰਾਂ ਸਣੇ ਉਹਨਾਂ ਸਾਰੇ ਲੋਕਾਂ ਨਾਲ ਵਿਚਾਰ ਚਰਚਾ ਕਰ ਰਹੀ ਹੈ ਜਿਹੜੀ ਕੇਂਦਰ ਸਰਕਾਰ ਦੇ ਇਹਨਾਂ ਕਿਸਾਨ ਮਾਰੂ ਕਾਨੂੰਨਾਂ ਦੇ ਨਾਲ ਅਸਰਅੰਦਾਜ਼ ਹੋਏ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਰਾਹ ਰੋਕਣ ਲਈ ਹੋਰ ਬਦਲ ਵੀ ਜਿਹੜਾ ਉਹ ਵਿਚਾਰ ਰਹੀ ਹੈ। ਉਧਰ ਪੰਜਾਬ ਦੇ ਵਿੱਚ ਜਿਹੜੀ ਅਗੇਤੀ ਸਰਕਾਰੀ ਖਰੀਦ ਹੈ ਉਹ ਸ਼ੁਰੂ ਹੋ ਗਈ ਹੈ। ਇਸ ਲਈ ਕਿਸਾਨਾਂ ਦਾ ਸ਼ੁਰੂ ਹੋਏ ਅੰਦੋਲਨ ਦਾ ਰੋਹ ਜਿਹੜਾ ਉਹ ਕੇਂਦਰ ਸਰਕਾਰ ਤੱਕ ਪਹੁੰਚਿਆ। ਇਹ ਠੰਡਿਆਂ ਕਰਨ ਦੇ ਯਤਨ ਨੇ ਕਿ ਇਹ ਨਹੀਂ ਤਾਂ ਅਦਰਵਾਈਜ਼ ਤਰਲੇ ਲੈ ਕੇ ਇੱਥੇ ਜਿਹੜੀ ਆ ਉਹ ਖਰੀਦ ਸ਼ੁਰੂ ਹੁੰਦੀ ਆ। ਤਾਂ ਇਸ ਵਾਰੀ ਝੋਨੇ ਦੀ ਸਰਕਾਰੀ ਖਰੀਦ ਜਿਹੜੀ 1 ਅਕਤੂਬਰ ਦੀ ਜਗ੍ਹਾ 26 ਸਤੰਬਰ ਤੋਂ ਹੀ ਜਿਹੜੀ ਉਹ ਕਰ ਦਿੱਤੀ ਗਈ ਆ। ਜਿਹੜੀ ਚਿੱਠੀ ਜਾਰੀ ਹੋਈ ਆ ਉਹ 26 ਸਤੰਬਰ ਤੋਂ ਕਹਿੰਦੀ ਆ ਕਿ ਅੱਜ ਤੋਂ ਜਿਹੜਾ ਉਹ ਸ਼ੁਰੂ ਅਸੀਂ ਕਰ ਦਿੱਤੀ ਆ। ਜਿਹੜਾ ਭਾਰਤੀ ਖੁਰਾਕ ਨਿਗਮ ਜਿਹੜੀ FCI ਆ ਉਹਨੇ 11 ਕੁਇੰਟਲ ਝੋਨੇ ਦੀ ਅੰਮ੍ਰਿਤਸਰ ਦੇ ਵਿੱਚ ਖਰੀਦ ਕੀਤੀ ਆ। ਪ੍ਰਾਈਵੇਟ ਵਪਾਰੀਆਂ ਨੇ 3112 ਕੁਇੰਟਲ ਝੋਨਾ ਜਿਹੜਾ ਉਹ ਖਰੀਦਿਆ। ਅੰਮ੍ਰਿਤਸਰ, ਰੋਪੜ ਅਤੇ ਪਟਿਆਲਾ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਹੋਈ ਆ। ਬਾਕੀ ਸੂਬੇ ਵਿੱਚ ਝੋਨੇ ਦੀ ਫਸਲ ਦੀ ਆਮਦ ਪਛੜ ਕੇ ਜਿਹੜੀ ਜੀ ਉਹ ਹੁੰਦੀ, ਇੱਥੇ ਪਹਿਲਾਂ ਅਗੇਤੀ ਥੋੜ੍ਹੀ ਆ ਜਿਹੜੀ ਉਹ ਆ ਜਾਂਦੀ ਹੈ। ਜੇ ਗੱਲ ਕਿਸਾਨ ਅੰਦੋਲਨ ਦੀ ਜਿਹੜੀ ਜੀ ਉਹ ਕਰੀਏ
ਤੇ ਰਾਸ਼ਟਰਪਤੀ ਦੇ ਵੱਲੋਂ ਖੇਤੀ ਬਿੱਲਾਂ 'ਤੇ ਸਹੀ ਪਾਏ ਜਾਣ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਜਿਹੜਾ ਉਹ ਹੋਰ ਭੱਕ ਗਿਆ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ, ਫਿਰੋਜ਼ਪੁਰ, ਅੰਮ੍ਰਿਤਸਰ ਦਿੱਲੀ, ਫਿਰੋਜ਼ਪੁਰ ਬਠਿੰਡਾ, ਫਿਰੋਜ਼ਪੁਰ ਲੁਧਿਆਣਾ, ਫਿਰੋਜ਼ਪੁਰ ਜਲੰਧਰ ਰੇਲ ਮਾਰਗ ਦੇ ਉੱਤੇ ਨੰਗੇ ਧੜ ਧਰਨੇ ਦਿੱਤੇ ਆ ਔਰ ਸ਼ਹੀਦ ਭਗਤ ਸਿੰਘ ਹੋਰਾਂ ਦੇ ਅੱਜ ਜਨਮ ਦਿਨ ਦੇ ਮੌਕੇ ਦੇ ਉੱਤੇ ਰੇਲ ਮਾਰਗਾਂ 'ਤੇ ਕਿਸਾਨ ਕੇਸਰੀ ਪੱਗਾਂ ਬੰਨ੍ਹ ਕੇ, ਔਰਤਾਂ ਕੇਸਰੀ ਦੁਪੱਟੇ ਲੈ ਕੇ ਵਿਸ਼ਾਲ ਰੈਲੀਆਂ ਜਿਹੜੀਆਂ ਦੀ ਉਹ ਕਰਨਗੀਆਂ। ਕਿਸਾਨ ਆਗੂਆਂ ਦਾ ਇਹ ਕਹਿਣਾ ਕਿ ਅਗਲਾ ਪ੍ਰੋਗਰਾਮ ਜਿਹੜਾ ਦੀ ਉਹ ਇੱਥੇ ਉਲੀਕਿਆ ਜਾਊਗਾ ਔਰ ਇਹ ਕਿਹਾ ਜਾ ਰਿਹਾ ਕਿ ਖੇਤੀ ਕਾਨੂੰਨ ਬਣਨ ਤੋਂ ਬਾਅਦ ਹੁਣ ਕਿਸਾਨ ਆਪੇ ਤੋਂ ਬਾਹਰ ਹੋਣ ਲੱਗੇ ਆ। ਭਾਰਤੀ ਕਿਸਾਨ ਯੂਨੀਅਨ ਯੂ ਜਿਹੜੀਆਂ ਇਹਨਾਂ ਸਣੇ 13 ਕਿਸਾਨ ਧਿਰਾਂ ਨੇ ਸੰਘਰਸ਼ ਦੀ ਅਗਲੀ ਰਣਨੀਤੀ ਲਈ ਅੱਜ ਲੁਧਿਆਣੇ ਦੇ ਗੁਰਦੁਆਰਾ ਆਲਮਗੀਰ ਦੇ ਵਿੱਚ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ ਸੱਦੀ ਆ। ਇਹਦੇ ਵਿੱਚ ਐਮਰਜੈਂਸੀ ਮੀਟਿੰਗ ਦੇ ਵਿੱਚ ਅਗਲਾ ਪ੍ਰੋਗਰਾਮ ਲਿਖਿਆ ਜਾਊਗਾ। ਇਹ ਕਿਹਾ ਜਾ ਰਿਹਾ ਕਿ ਜਿਹੜੀ 1 ਅਕਤੂਬਰ ਤੋਂ ਜਿਹੜਾ ਰੇਲ ਹੈ ਇਹਨੂੰ ਪੱਕਿਆਂ ਤੌਰ ਦੇ ਉੱਤੇ ਅਣਮਿੱਥੇ ਸਮੇਂ ਲਈ ਰੋਕਿਆ ਜਾਊਗਾ ਔਰ ਬਰਨਾਲੇ ਤੋਂ ਇਹਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾਊਗੀ। ਜਿਹੜੇ ਅਹਿਮ ਆਗੂ ਨੇ ਕਿਸਾਨਾਂ ਦੇ ਉਹ ਬਰਨਾਲੇ ਤੋਂ ਇਹਦੀ ਸ਼ੁਰੂਆਤ ਕਰਨਗੇ। ਅੱਜ ਵੈਸੇ ਜਿਹੜੀ ਮੀਟਿੰਗ ਹੋਊਗੀ ਕਿਸਾਨਾਂ ਦੀ ਉਹਦੇ ਵਿੱਚ ਫਰਦਰ ਮੋਹਰ ਜਿਹੜੀ ਹੈ ਜੀ ਉਹ ਲੱਗੂਗੀ ਕਿ ਅਗਲਾ ਸਟੈਪ ਜਿਹੜਾ ਜੀ ਉਹ ਕੀ ਹੈ। ਜਿਹੜੇ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ ਕੁਝ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੜਤਾਲ ਕਰ ਰਹੇ ਜਾਂਚ ਟੀਮ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਖਿਲਾਫ ਪੱਖਪਾਤ ਦੇ ਦੋਸ਼ ਲਾਉਂਦਿਆਂ ਹੋਇਆਂ ਉਹਨਾਂ ਨੂੰ ਇਸ ਜਾਂਚ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜੇ ਇੱਥੇ ਹਾਈ ਕੋਰਟ ਦੇ ਜੱਜ ਨੇ ਜੀ ਅਨਮੋਲ ਰਤਨ ਸਿੰਘ, ਉਹਨਾਂ ਦੇ ਥਾਣਾ ਸਿਟੀ ਕੋਟਕਪੂਰਾ ਦੇ ਉਦੋਂ ਦੇ SHO ਗੁਰਦੀਪ ਸਿੰਘ ਪੰਧੇਰ ਦੇ ਵੱਲੋਂ ਦਾਇਰ ਕੀਤੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ SIT ਨੂੰ ਆਦੇਸ਼ ਦਿੱਤੇ ਆ ਕਿ 3 ਅਕਤੂਬਰ ਤੱਕ ਬਾਈਬਲ ਗੋਲੀ ਕਾਂਡ ਦੇ ਵਿੱਚ ਕੋਈ ਵੀ ਹੋਰ ਦੋਸ਼ ਪੱਤਰ ਅਦਾਲਤ 'ਚ ਪੇਸ਼ ਨਾ ਕੀਤਾ ਜਾਵੇ। ਅਸਲ 'ਚ ਇਹਨਾਂ ਨੂੰ ਡਰ ਜਿਹੜਾ ਪਿਆ ਹੋਇਆ ਜਿਸ ਦਿਨ ਇੱਕ ਜਿਹੜਾ ਇੰਸਪੈਕਟਰ ਆ ਉਹ ਵਾਅਦਾ ਮਾਫ ਬਣ ਗਿਆ, ਉਦੋਂ ਤੋਂ ਇਹ ਵਕਤ ਜਿਹੜਾ ਦੀ ਉਹ ਪਿਆ ਹੋਇਆ। ਹੁਣ ਇਸ ਕਰਕੇ ਇੱਕ ਵੱਡੇ ਵਕੀਲ ਜਿਹੜੇ ਨੇ ਉਹਨਾਂ ਨੂੰ ਖੜ੍ਹਿਆਂ ਕਰਕੇ ਇਹ ਜਿਹੜਾ ਗੁਰਦੀਪ ਸਿੰਘ ਪੰਧੇਰ ਹੈ ਉਹਨੇ ਇਹ ਜਿਹੜੀ ਜਾਂਚ ਹੈ ਇਹਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ ਔਰ ਪੁੱਛਿਆ ਇਹ ਗਿਆ ਜੀ ਕਿ ਕੀ ਵਿਸ਼ੇਸ਼ ਜਾਂਚ ਟੀਮ ਦੇ ਵਿੱਚੋਂ IG ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਹਟਾਇਆ ਜਾ ਸਕਦਾ ਜਾਂ ਨਹੀਂ। ਇਹਦੀ ਇੱਥੇ ਜਿਹੜੀ ਬਹਿਸ ਦੇ ਦੌਰਾਨ ਸਰਕਾਰੀ ਵਕੀਲ ਜਿਹੋ ਜਿਹਾ ਪੇਸ਼ ਹੁੰਦਾ, ਕਿਉਂਕਿ ਪੰਜਾਬ ਸਰਕਾਰ ਦੇ ਵਕੀਲਾਂ ਨੇ ਸਭ ਕੇਸ ਜਿਹੜੇ ਆ ਜੀ ਉਹ ਹਰਾਏ ਆ ਅਤੇ ਹੁਣ ਇਹ ਕਿਹਾ ਜਾ ਸਕਦਾ ਕਿ ਅਗਲਾ ਜਿਹੜਾ ਸੱਤਿਆਨਾਸ ਕੇਸਾਂ ਦਾ ਸਰਕਾਰੀ ਤੌਰ ਦੇ ਉੱਤੇ ਕਰਨਾ ਸਰਕਾਰੀ ਵਕੀਲਾਂ ਨੇ ਉਹ ਬਾਈਬਲ ਕਲਾਮ ਵਾਲਾ ਹੀ ਹੋਣਾ। ਇਹਦੀ ਇੱਕ ਕਿਸਮ ਦੇ ਨਾਲ ਸ਼ੁਰੂਆਤ ਜਿਹੜੀ ਜੀ ਉਹ ਹੋ ਚੁੱਕੀ ਹੋਈ ਹੈ, ਕਿਉਂਕਿ ਉੱਥੇ ਐਡਵੋਕੇਟ ਜਨਰਲ ਨੇ ਆਪ ਜਾਣਾ ਨਹੀਂ, ਆਪ ਜਾਣ ਵੀ ਜਾਂ ਉਹਨਾਂ ਦੀ ਜਿਹੜੀ ਟੀਮ ਹੈ ਉਹ ਕੇਸ ਹਾਰਨ ਦੇ ਵਾਸਤੇ ਜਿਹੜੀ ਹੈ ਜੀ ਉਹ ਰੱਖੀ ਹੋਈ ਹੈ। 3 ਅਕਤੂਬਰ ਨੂੰ ਇਹਦੀ ਹੁਣ ਸੁਣਵਾਈ ਜਿਹੜੀ ਜੀ ਉਹ ਹੋਊਗੀ। ਇਸ ਮਸਲੇ ਦੇ ਉੱਤੇ ਜਿਹੜੇ ਸਰਕਾਰੀ ਤੌਰ ਦੇ ਉੱਤੇ ਪੇਸ਼ ਹੋਏ ਜਿਹੜੇ ਵਕੀਲ ਸੀਗਾ ਹਰੀਨ P ਰਾਵਲ, ਉਹਨੇ ਇਹ ਕਿਹਾ ਕਿ ਜਾਂਚ ਟੀਮ ਦੇ ਕਿਸੇ ਮੈਂਬਰ ਨੂੰ ਬਦਲਣ ਬਾਰੇ ਉਹਦੀ ਸਰਕਾਰ ਦੇ ਨਾਲ ਅਜੇ ਤੱਕ ਕੋਈ ਚਰਚਾ ਨਹੀਂ ਹੋਈ। 3 ਅਕਤੂਬਰ ਤੱਕ ਦੱਸਾਂਗੇ ਇਸ ਮਾਮਲੇ ਦੇ ਉੱਤੇ ਕੀ ਜਿਹੜਾ ਜੀ ਉਹ ਕੀਤਾ ਜਾਊਗਾ। ਜੇ ਇਹ ਚੱਲਿਆ ਤਾਂ ਦੂਜੇ ਪਾਸੇ ਜਿਹੜਾ ਸੱਤਿਆਨਾਸ ਕੇਸ ਦਾ ਉਹ ਸਮੇਤ ਸੈਣੀ ਵਾਲਾ ਵੀ ਜਿਵੇਂ ਕੀਤਾ ਗਿਆ ਉਹ ਵੀ ਸਭ ਦੇ ਸਾਹਮਣੇ ਹੈ। ਹੁਣ ਇਸ ਮਾਮਲੇ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਕੇ ਕਤਲ ਕਰ ਦੇਣ ਦੇ ਮਾਮਲੇ ਦੇ ਵਿੱਚ ਸਮੇਤ ਸੈਣੀ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਮੁਹਾਲੀ ਪੁਲਿਸ ਨੇ ਦੂਜਾ ਨੋਟਿਸ ਜਾਰੀ ਕੀਤਾ। ਮਟੌਰ ਥਾਣੇ ਦੇ SHO ਦੇ ਦਸਤਕਾਂ ਦੇ ਹੇਠ ਜਾਰੀ ਕੀਤੇ ਗਏ ਨੋਟਿਸ ਦੇ ਵਿੱਚ ਸਮੇਤ ਸੈਣੀ ਨੂੰ ਅੱਜ ਮਤਲਬ ਕਿ ਸੋਮਵਾਰ ਸਵੇਰੇ 11 ਵਜੇ ਮਟੌਰ ਥਾਣੇ ਦੇ ਵਿੱਚ SIT ਦੇ ਕੋਲੇ ਤਫਤੀਸ਼ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ। ਥਾਣਾ ਮੁਖੀ ਨੇ ਖੁਦ ਸੈਣੀ ਦੀ ਕੋਠੀ ਦੇ ਬਾਹਰ ਮੁੱਖ ਗੇਟ ਦੇ ਉੱਤੇ ਇਸ ਨੋਟਿਸ ਨੂੰ ਜਿਹੜਾ ਉਹ ਚਿਪਕਾਇਆ। ਇਹ ਸਾਬਕਾ DGP ਦੀ ਦਿੱਲੀ ਵਾਲੀ ਕੋਠੀ ਦੇ ਬਾਹਰ ਵੀ ਨੋਟਿਸ ਜਿਹੜਾ ਦੀ ਉਹ ਲਾਇਆ ਗਿਆ।
ਸੈਣੀ ਦੇ ਵਕੀਲਾਂ ਨੂੰ ਵੀ WhatsApp ਦੇ ਉੱਤੇ ਨੋਟਿਸ ਦੀ ਕਾਪੀ ਜਿਹੜੀ ਆ ਉਹ ਭੇਜੀ ਗਈ ਆ। ਔਰ ਇਹ ਤੋਂ ਪਹਿਲਾਂ ਪੁਲਿਸ ਨੇ 21 ਸਤੰਬਰ ਨੂੰ ਸੈਣੀ ਨੂੰ ਪਹਿਲਾਂ ਨੋਟਿਸ ਭੇਜ ਕੇ ਉਹਨੂੰ 23 ਸਤੰਬਰ ਨੂੰ SIT ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਸੀ, ਪਰ ਉਹ ਉਸ ਦਿਨ ਥਾਣੇ ਨਹੀਂ ਸੀ ਪਹੁੰਚਿਆ। ਔਰ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫਤਾਰੀ 'ਤੇ ਆਰਜ਼ੀ ਰੋਕ ਲਾਉਂਦਿਆਂ ਉਹਨੂੰ ਪੁਲਿਸ ਜਾਂਚ ਵਿੱਚ ਸਹਿਯੋਗ ਦੇਣ ਦੇ ਵਾਸਤੇ ਕਿਹਾ ਸੀਗਾ। ਔਰ ਸਰਕਾਰੀ ਵਕੀਲ ਪਹਿਲਾਂ ਹੀ ਇਹ ਕਹਿ ਚੁੱਕਾ ਕਿ ਜੇ ਸਾਬਕਾ DGP ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਪੁਲਿਸ ਕੋਲ ਪੇਸ਼ ਨਹੀਂ ਹੁੰਦਾ ਤਾਂ ਉਹਨੂੰ ਤੀਜੀ ਵਾਰੀ ਆਖਰੀ ਸੰਮਣ ਭੇਜਿਆ ਜਾਊਗਾ। ਜੇ ਉਹ ਫਿਰ ਵੀ ਜਾਂਚ ਸ਼ਾਮਲ ਨਹੀਂ ਹੁੰਦਾ ਤਾਂ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਜਿਹੜਾ ਜੀ ਉਹ ਦਾਇਰ ਕਰਕੇ ਉਹਦੀ ਗ੍ਰਿਫਤਾਰੀ 'ਤੇ ਲਾਈ ਗਈ ਆਰਜ਼ੀ ਰੋਕ ਹਟਾਉਣ ਦੀ ਮੰਗ ਜਿਹੜੀ ਆ ਉਹ ਕੀਤੀ ਜਾਊਗੀ। ਸੁਪਰੀਮ ਕੋਰਟ ਦੇ ਵਿੱਚ ਅਗਲੀ ਜਿਹੜੀ ਸੁਣਵਾਈ ਆ ਉਹ 27 ਅਕਤੂਬਰ ਨੂੰ ਜਿਹੜੀ ਜੀ ਉਹ ਹੈ। ਤਾਂ ਇਹ ਲੰਬੀ ਜਿਹੜੀ ਤਰੀਕ ਕਹੀ ਜਾ ਸਕਦੀ ਆ। ਕੋਰੋਨਾ ਵਾਇਰਸ ਕਰਕੇ ਪਛੜਿਆ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਇਸ ਵਾਰੀ ਆਮਦਨੀ ਦੇ ਵਿੱਚ ਕਮੀ ਆਉਣ ਕਰਕੇ 25 ਤੋਂ 30% ਦੀ ਘਾਟਾ ਰਹਿਣ ਦੀ ਇਹਦੇ ਵਿੱਚ ਜਿਹੜੀ ਜੀ ਉਹ ਸੰਭਾਵਨਾ ਹੈ। ਇਹ ਬਜਟ ਇਜਲਾਸ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੱਦਿਆ ਗਿਆ। ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਸਿੱਖ ਗੁਰਦੁਆਰਾ ਐਕਟ ਦੇ ਮੁਤਾਬਕ ਹਰ ਵਰੇ ਮਾਰਚ ਮਹੀਨੇ ਦੇ ਵਿੱਚ ਹੁੰਦਾ, ਪਰ ਇਸ ਵਾਰ ਕਰੋਨਾ ਕਰਕੇ ਇਹ ਪਛੜ ਗਿਆ। ਹੁਣ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਪ੍ਰਵਾਨਗੀ ਲੈ ਕੇ ਬਜਟ ਇਜਲਾਸ ਕਰਨ ਦਾ ਜਿਹੜਾ ਉਹ ਫੈਸਲਾ ਲਿਆ। ਅਪ੍ਰੈਲ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਖਰਚੇ ਅੰਤਰਿਮ ਕਮੇਟੀ ਦੀ ਪ੍ਰਵਾਨਗੀ ਦੇ ਨਾਲ ਚਲਾਏ ਗਏ। ਅੰਤਰਿਮ ਕਮੇਟੀ ਦੇ ਵੱਲੋਂ ਪਹਿਲਾਂ 3 ਮਹੀਨੇ ਅਤੇ ਫਿਰ 3 ਹੋਰ ਮਹੀਨੇ ਦੇ ਖਰਚਿਆਂ ਨੂੰ ਪ੍ਰਵਾਨਗੀ ਜਿਹੜੀ ਜੀ ਉਹ ਦਿੱਤੀ ਗਈ। ਉੱਧਰ ਜਿਹੜੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਜਿਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ, ਡੈਮੋਕ੍ਰੇਟਿਕ ਯੂਨਾਈਟਿਡ ਅਕਾਲੀ ਦਲ, ਪੰਥਕ ਤਾਲਮੇਲ ਸੰਗਠਨ, ਅਕਾਲ ਫੈਡਰੇਸ਼ਨ, ਸਿੱਖ ਯੂਥ ਆਫ ਪੰਜਾਬ, ਇਹਨਾਂ ਦੇ ਵੱਲੋਂ ਬਜਟ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਮੈਂਬਰਾਂ ਨੂੰ ਇੱਕ ਸਵਾਲਨਾਮਾ ਸੌਂਪਿਆ ਜਾਊਗਾ, ਜਿਹਦੇ ਵਿੱਚ 20 ਸਵਾਲ ਦਰਜ ਹੋਣਗੇ। ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਇਹ ਸਵਾਲ ਪੁੱਛਣ ਲਈ ਪ੍ਰੇਰਿਆ ਜਾਊਗਾ। ਔਰ ਇਹਨਾਂ ਸਵਾਲਾਂ ਦੇ ਵਿੱਚ ਲਾਪਤਾ 328 ਪਾਵਨ ਸਰੂਪ ਕਿੱਥੇ ਨੇ, ਕਿਹਨੇ ਅਤੇ ਕਦੋਂ ਜਿਹੜੇ ਦੀ ਇਹ ਦਿੱਤੇ ਗਏ, ਇਹਦੇ ਸੰਬੰਧੀ ਤਿੱਖੇ ਸਵਾਲ ਜਿਹੜੇ ਜੀ ਉਹ ਲਿਖੇ ਗਏ ਨੇ। ਸਿੱਖ ਜਥੇਬੰਦੀਆਂ ਦੇ ਜਿਹੜੇ ਕਾਰਕੁਨ ਨੇ ਉਹ ਵੱਖ-ਵੱਖ ਗੇਟਾਂ ਦੇ ਉੱਤੇ ਖੜੇ ਹੋਣਗੇ। ਆ ਰਹੇ ਮੈਂਬਰਾਂ ਨੂੰ ਸਵਾਲਨਾਮਾ ਰੂਪੀ ਜਿਹੜੀ ਦਸਤਾਵੇਜ਼ ਨੇ ਉਹ ਦੇਣਗੇ। ਵੇਖਣਾ ਹੁਣ ਇਹ ਹੋਊਗਾ ਕਿ ਇਹਨਾਂ ਨੂੰ ਰੋਕਣ ਦੇ ਵਾਸਤੇ ਕੀ ਟਾਸਕ ਫੋਰਸ ਉਹੋ ਜਿਹੀ ਕਾਰਵਾਈ ਕਰਦੀ ਹੈ ਜਿਹਦੀ ਉਹਨੇ ਕਾਰਵਾਈ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਕੀਤੀ ਸੀ, ਜਿੱਥੇ ਧਰਨਾ ਦੇ ਕੇ ਕੁਝ ਜਥੇਬੰਦੀਆਂ ਵਾਲੇ ਜਿਹੜੇ ਆ ਉਹ ਬੈਠੇ ਹੋਏ ਨੇ ਅਜੇ ਵੀ ਜਿਹੜੀ ਸੋ ਉਹੋ ਜਿਹਾ ਕਰਦੀ ਹੈ ਜਾਂ ਕੀ ਕੁਝ ਜਿਹੜਾ ਜੀ ਹੁੰਦਾ। ਇਹ ਅੱਜ ਦਾ ਦਿਨ ਜਿਹੜਾ ਜੀ ਉਹ ਅਹਿਮ ਇਸ ਪੱਖੋਂ ਜਿਹੜਾ ਜੀ ਉਹ ਹੋਊਗਾ। ਅਕਾਲੀ ਦਲ ਦੇ ਵੱਲੋਂ NDA ਨੂੰ ਛੱਡਣ ਤੋਂ ਬਾਅਦ ਜਿਹੜਾ ਬਾਦਲ ਅਕਾਲੀ ਦਲ ਹੈ ਉਹਦੇ ਵੱਲੋਂ ਹੱਥ ਪੈਰ ਜਿਹੜੇ ਜੀ ਉਹ ਮਾਰੇ ਜਾ ਰਹੇ ਆ ਕਿ 1 ਅਕਤੂਬਰ ਨੂੰ ਉਹਨਾਂ ਨੇ ਕਹਿੰਦੇ ਜੀ ਟਰੈਕਟਰ ਰੈਲੀ ਜਿਹੜੀ ਕਰਨੀ ਹੈ, ਚੰਡੀਗੜ੍ਹ ਨੂੰ ਘੇਰਨ ਜਾਣਾ। ਦਿੱਲੀ ਘੇਰਨ ਨਹੀਂ ਜਾਣਾ, ਚੰਡੀਗੜ੍ਹ ਨੂੰ ਘੇਰਨ ਜਿਹੜਾ ਜੀ ਉਹ ਜਾਣਾ। ਜਿਸ ਦਿਨ ਪੰਜਾਬ ਬੰਦ ਸੀਗਾ ਉਸ ਦਿਨ ਇਹਨਾਂ ਨੇ ਚੱਕਾ ਜਾਮ ਦਾ ਜਿਹੜਾ ਜੀ ਉਹ ਐਲਾਨ ਕੀਤਾ ਸੀਗਾ। ਹਾਲਾਂਕਿ ਬੰਦ ਕਿਸਾਨ ਜਥੇਬੰਦੀਆਂ ਦਾ ਸੀ, ਆਪਣਾ ਚੱਕਾ ਜਾਮ ਜਿਹੜਾ ਜੀ ਕਰਦੇ ਫਿਰਦੇ ਸੀ, ਫਿਰ ਵੀ ਉਸ ਦਿਨ ਜਿਹੜੇ ਅਕਾਲੀ ਦਲ ਦੇ ਜਿੱਥੇ ਸਮਾਗਮ ਇਹਨਾਂ ਨੇ ਰੱਖੇ ਸੀ ਉਹਨਾਂ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਨਾ ਹੋਣੀ ਅਕਾਲੀ ਦਲ ਦੇ ਵਾਸਤੇ ਇੱਕ ਫਿਕਰਮੰਦੀ ਜਿਹੜੀ ਹੈ ਜੀ ਉਹ ਬਣੀ ਹੋਈ ਹੈ। ਇਹਦੇ ਉੱਤੇ ਕਈ ਕਿਸਮ ਦੇ ਜਿਹੜੇ ਜੀ ਉਹ ਪ੍ਰਤੀਕਰਮ ਵੱਖ-ਵੱਖ ਜਿਹੜੇ ਜੀ ਆ ਰਹੇ ਆ। ਮਦਨ ਮੋਹਨ ਮਿੱਤਲ ਜਿਹੜੇ ਭਾਜਪਾ ਦੇ ਸੀਨੀਅਰ ਲੀਡਰ ਨੇ ਉਹ ਇਹ ਕਹਿੰਦੇ ਆ ਕਿ ਵਿਸ਼ਵ ਪੱਧਰ 'ਤੇ ਹਿੰਦੂ ਸਿੱਖ ਭਾਈਚਾਰਕ ਏਕਤਾ ਦਾ ਸੁਨੇਹਾ ਦੇਣ ਵਾਲਾ ਜਿਹੜਾ ਇਹ ਗੱਠਜੋੜ ਸੀਗਾ ਉਹਨੂੰ ਸੁਖਬੀਰ ਸਿੰਘ ਬਾਦਲ ਨੇ ਸਮਝੌਤਾ ਤੋੜਨ ਦਾ ਫੈਸਲਾ ਲੈ ਕੇ ਇਤਿਹਾਸਕ ਭੁੱਲ ਜਿਹੜੀ ਆ ਉਹ ਕਰ ਲਈ ਆ, ਜਿਹਦੇ ਕਰਕੇ ਹੁਣ ਸੁਖਬੀਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਿਘਾਰ ਤੱਕ ਲੈ ਜਾਣ ਵਾਲਿਆਂ ਦੇ ਤੌਰ 'ਤੇ ਜਾਣਿਆ ਜਾਊਗਾ। ਮਦਨ ਮੋਹਨ ਮਿੱਤਲ ਨੇ
ਇਹ ਗੱਲ ਜਿਹੜੀ ਇਹਦੀ ਕਹੀ ਹੈ ਕਿ ਸੀਨੀਅਰ ਅਕਾਲੀਆਂ ਦੀ ਰਾਏ ਸੁਖਬੀਰ ਸਿੰਘ ਬਾਦਲ ਨੇ ਨਹੀਂ ਲਈ। ਉਧਰ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਨੇ, ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਵੱਡੀ ਗਿਣਤੀ ਵਰਕਰਾਂ ਤੇ ਆਗੂਆਂ ਦੇ ਸਾਥ ਛੱਡਣ ਤੇ ਬਗਾਵਤ ਦੇ ਅਸਾਰ ਬਣਨ ਤੋਂ ਬਾਅਦ ਬਾਦਲ ਨੇ NDA ਨਾਲੋਂ ਨਾਤਾ ਤੋੜਿਆ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਡਰ ਲੱਗ ਗਿਆ ਸੀਗਾ ਕਿ ਅਕਾਲੀ ਦਲ ਬਾਦਲ ਦੇ ਵਿੱਚ ਬਗਾਵਤ ਹੋ ਜਾਣੀ ਹੈ, ਜਿਹੜੀ ਉਹਨਾਂ ਤੋਂ ਸੰਭਾਲੀ ਨਹੀਂ ਜਿਹੜਾ ਦੀ ਉਹ ਜਾਣੀ। ਉਧਰ ਪੰਜਾਬ ਭਾਜਪਾ ਜਿਹੜੀ ਆ ਉਹਨੇ ਆਪਣੀ ਵੱਖਰੀ ਜਿਹੜੀ ਜੀ ਉਹ ਮੀਟਿੰਗ ਲਾ ਕੇ ਇਹ ਗੱਲ ਕਹੀ ਆ ਕਿ ਅਕਾਲੀ ਦਲ ਬਾਦਲ ਤੇ ਸਿਆਸੀ ਮਫਾਦ ਜਿਹੜੇ ਜੀ ਉਹ ਭਾਰੂ ਪੈ ਗਏ। ਔਰ ਇਹ ਜਿਹੜੀ ਦੀ ਗੱਲ ਕਹੀ ਕਿ ਪੰਜਾਬ ਭਾਜਪਾ ਨੇ ਇਹ ਗੱਲ ਕਹੀ ਹੈ ਕਿ ਅਕਾਲੀ ਦਲ ਨੇ ਸਿਆਸੀ ਮਨੋਰਥ ਲਈ NDA 'ਚੋਂ ਬਾਹਰ ਆਉਣ ਦਾ ਫੈਸਲਾ ਕੀਤਾ, ਜਦੋਂ ਕਿ ਭਾਜਪਾ ਵੱਲੋਂ ਉਹਨਾਂ ਨਾਲ ਖੇਤੀ ਬਿੱਲਾਂ ਦੇ ਮਾਮਲੇ 'ਤੇ ਪੂਰਨ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਇਸ ਮਾਮਲੇ ਦੇ ਉੱਤੇ ਜਿਹੜੀਆਂ ਕਈ ਰਾਏ ਨੇ, ਕਈ ਪੜਚੋਲ ਨੇ, ਉਹ ਸਾਹਮਣੇ ਆ ਰਹੇ। ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਵੱਲੋਂ, ਅਕਾਲੀ ਦਲ ਬਾਦਲ ਦੇ ਵੱਲੋਂ ਭਾਜਪਾ ਦਾ ਪਿਛਲੱਗ ਬਣ ਜਾਣਾ ਉਹਦੇ ਮੌਜੂਦਾ ਪਤਨ ਦਾ ਕਾਰਨ ਜਿਹੜਾ ਉਹ ਬਣ ਰਿਹਾ। ਬਹੁਤ ਸਾਰੇ ਸਮੇਂ ਆਏ ਜਦੋਂ ਅਕਾਲੀ ਦਲ ਬਾਦਲ ਤੋਂ ਇਹ ਉਮੀਦ ਕੀਤੀ ਗਈ ਕਿ ਉਹ ਬੋਲੂਗਾ। ਕੇਂਦਰ ਨੇ ਧਾਰਾ 370 ਖਤਮ ਕੀਤੀ, ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਖਤਮ ਹੋ ਗਿਆ। ਹਰਸਿਮਰਤ ਕੌਰ ਬਾਦਲ ਹੁਰੀ ਪ੍ਰੈਸ ਕਾਨਫਰੰਸਾਂ ਕਰਕੇ ਇਸ ਫੈਸਲੇ ਨੂੰ ਸਹੀ ਠਹਿਰਾਉਂਦੇ ਰਹੇ। ਉਦੋਂ ਉਮੀਦ ਕੀਤੀ ਜਾਂਦੀ ਸੀ ਕਿ ਅਕਾਲੀ ਦਲ ਇਸ ਮਾਮਲੇ ਦੇ ਉੱਤੇ ਬੋਲੂਗਾ, ਉਹ ਨਹੀਂ ਬੋਲਿਆ, ਉਹ ਨਾਲ ਜਿਹੜਾ ਕਿ ਉਹ ਲੱਗਿਆ ਰਿਹਾ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਦੋਂ ਆਇਆ, ਅਕਾਲੀ ਦਲ ਤੋਂ ਉਮੀਦ ਕੀਤੀ ਜਾਂਦੀ ਸੀ ਉਹ ਬੋਲੂਗਾ, ਉਹ ਨਹੀਂ ਬੋਲਿਆ। ਉਹਨੇ ਹਮਾਇਤ ਜਿਹੜੀ ਸੀ ਉਹ ਕੇਂਦਰ ਦੀ ਸਰਕਾਰ ਦੀ ਡਟਵੀਂ ਉਸ ਵੇਲੇ ਕੀਤੀ। ਦਿੱਲੀ ਦੇ ਵਿੱਚ ਦੰਗੇ ਹੋਏ, ਉਹਨਾਂ ਦੰਗਿਆਂ ਦੇ ਬਾਰੇ ਦੇ ਵਿੱਚ ਅਕਾਲੀ ਦਲ ਬਾਦਲ ਨੇ ਚੁੱਪ ਧਾਰੀ ਰੱਖੀ। ਸਭ ਨੂੰ ਪਤਾ ਹੈ ਕਿ ਉਹ ਦੰਗੇ ਕਿਹੜੇ ਤਰੀਕੇ ਦੇ ਨਾਲ ਭੜਕੇ ਔਰ ਕੌਣ ਲੋਕ ਉਹਦੇ ਵਿੱਚ ਜਿਹੜਾ ਦੀ ਉਹ ਸ਼ਾਮਲ ਸਨ। ਇਹਨਾਂ ਦੀ ਚੁੱਪ ਜਿਹੜੀ ਸੀ ਉਸ ਟਾਈਮ ਵੀ ਬੇਹੱਦ ਖਤਰਨਾਕ ਜਿਹੜੀ ਉਹ ਰਹੀ। NRC CAA ਦੇ ਉੱਤੇ ਕੋਈ ਸਪਸ਼ਟ ਸਟੈਂਡ ਜਿਹੜਾ ਦੀ ਉਹ ਨਾ ਲੈ ਸਕਣਾ ਲੋਕਾਂ ਨੂੰ ਜਿਹੜਾ ਸੀਗਾ ਉਹ ਰੜਕਿਆ ਉਸ ਵੇਲੇ। ਹੁਣ ਦੂਸਰਾ ਇਹ ਸੀਗਾ ਕਿ UAPA ਦੇ ਤਹਿਤ ਪੰਜਾਬ ਦੇ ਵਿੱਚ ਜਿੰਨੀਆਂ ਗ੍ਰਿਫਤਾਰੀਆਂ ਹੋਈਆਂ ਉਹਦਾ ਕਿਤੇ ਵਿਰੋਧ ਜਿਹੜਾ ਜੀ ਉਹ ਨਾ ਕਰ ਸਕਣਾ, ਇਹ ਵੀ ਅਕਾਲੀ ਦਲ ਦਾ ਜਿਹੜਾ ਸਟੈਂਡ ਸੀਗਾ ਉਹ ਲੋਕਾਂ ਨੂੰ ਰੜਕਦਾ ਰਿਹਾ। ਔਰ ਕੁਝ ਜਿਹੜੇ ਅਕਾਲੀ ਦਲ ਜਿਵੇਂ ਇਹ ਸੋਚਦਾ ਹੈ ਕਿ ਸ਼ਾਇਦ ਹੁਣ ਇਹ ਕਿਸਾਨਾਂ ਵਾਲੇ ਮਸਲੇ ਦੇ ਉੱਤੇ ਉਹ ਪਿੱਛੇ ਹਟ ਕੇ ਦੁਬਾਰਾ ਆਪਣੀ ਜਿਹੜੀ ਆ ਉਹ ਹੋਂਦ ਬਣਾ ਲੂਗਾ, ਜਦੋਂ ਕਿ ਮਾਹਰ ਜਿਹੜੇ ਜੀ ਉਹ ਕਹਿੰਦੇ ਆ ਕਿ ਬਹੁਤ ਲੇਟ ਇਹ ਹੋ ਚੁੱਕਿਆ ਹੋਇਆ। ਕਿਉਂਕਿ ਅਜੇ ਵੀ ਅਕਾਲੀ ਦਲ ਜਿੱਥੋਂ ਸ਼ੁਰੂ ਹੋਇਆ ਸੀ 1920 ਦੇ ਵਿੱਚ, ਉਸ ਪਾਸੇ ਨੂੰ ਪਰਤਣ ਦੇ ਵਾਸਤੇ ਤਿਆਰ ਨਿਗਾ, ਜਿਹਦੇ ਵਿੱਚ ਉਹਦਾ ਜੁਝਾਰੂਪਣ ਅਤੇ ਖਾਸ ਤੌਰ ਦੇ ਉੱਤੇ ਸੂਬੇ ਪ੍ਰਤੀ ਜਿਹੜੀ ਕਮਿਟਮੈਂਟ ਸੀ ਉਹ ਨਜ਼ਰ ਆਉਂਦੀ ਹੁੰਦੀ ਸੀ। ਅੱਜ ਕੱਲ੍ਹ ਉਹ ਜਿਹੜੀ ਨਹੀਂ ਹੈਗੀ। ਸੱਤਾ ਪ੍ਰਾਪਤੀ ਜਿਹੜੀ ਉਹਦਾ ਇੱਕ ਮਕਸਦ ਜਿਹੜਾ ਉਹ ਹੋ ਸਕਦਾ। ਹੁਣ ਫਰਦਰ ਜਿਹੜਾ ਦੀ ਵੇਖਣਾ ਹੋਊਗਾ ਆਉਂਦੇ ਦਿਨਾਂ ਦੇ ਦੌਰਾਨ ਅਕਾਲੀ ਦਲ ਬਾਦਲ ਜਿਹੜਾ ਦੀ ਉਹਦੀ ਹੋਂਦ ਦੇ ਉੱਤੇ ਜਿਹੜਾ ਸਵਾਲੀਆ ਚਿੰਨ੍ਹ ਹੈ ਉਹ ਵੱਡਾ ਖੜਾ ਹੋ ਰਿਹਾ, ਕਿਉਂਕਿ ਕਿਸਾਨਾਂ ਦਾ ਸੰਘਰਸ਼, ਕਿਸਾਨਾਂ ਦਾ ਰੋਹ ਜਿਹੜਾ ਉਹ ਡੇ ਬਾਈ ਡੇ ਹੋਰ ਪ੍ਰਚੰਡ ਹੁੰਦਾ ਜਿਹੜਾ ਦੀ ਉਹ ਤੁਰਿਆ ਜਾ ਰਿਹਾ। ਔਰ ਇਹਦੇ ਵਿੱਚ ਜੋ ਕੁਛ ਦੱਸ ਰਿਹਾ ਅਕਾਲੀ ਦਲ ਬਾਦਲ ਕਿ ਉਹਨੇ ਉਹ ਕਿਸਾਨਾਂ ਦੇ ਨਾਲ ਖੜਾ, ਜਿਹੜੀਆਂ ਉਹਦੇ ਵੱਲੋਂ 2 ਮਹੀਨੇ ਲਿਆ ਗਿਆ ਸਟੈਂਡ ਹੈ, ਖਾਸ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਜਿਹੜਾ ਦੀ ਉਹ ਸ਼ਾਮਲ ਕਰ ਲਿਆ ਗਿਆ ਸੀ ਵੀਡੀਓ ਦੇ ਰਾਹੀਂ। ਉਹ ਜਿਹੜਾ ਸਟੈਂਡ ਹੈ ਕਿਤੇ ਵੀ ਅਕਾਲੀ ਦਲ ਬਾਦਲ ਦੇ ਪੈਰ ਮੁੜ ਕੇ ਜਿਹੜੇ ਦੀ ਉਹ ਲੱਗਣ ਨਹੀਂ ਦੇ ਰਿਹਾ। ਇਹ ਇੱਕ ਗਰਾਊਂਡ ਰਿਐਲਿਟੀ ਜਿਹੜੀ ਉਹ ਹੈ, ਕਿਉਂਕਿ ਜੇ ਅਕਾਲੀ ਦਲ ਬਾਦਲ ਨੇ NDA ਨਾਲੋਂ ਨਾਤਾ ਤੋੜਿਆ ਤੇ ਇੱਕੋ ਉਹਦਾ ਜਿਹੜਾ ਦੀ ਪ੍ਰਮੁੱਖ ਕਾਰਨ ਨਿਕਲਦਾ ਕਿ ਉਹਨੂੰ ਇੱਕ ਗੱਲ ਕੰਧ 'ਤੇ ਲਿਖੀ ਹੋਈ ਜਿਹੜੀ ਦੀ ਉਹ ਦਿਸ ਪਈ ਸਪਸ਼ਟ ਰੂਪ 'ਚ ਕਿ ਹੁਣ ਕਿਸਾਨਾਂ ਨੇ ਸਾਨੂੰ ਪਿੰਡਾਂ ਦੇ ਵਿੱਚ ਜਿਹੜਾ ਦੀ ਉਹ ਵੜਨ ਨਹੀਂ ਦੇਣਾ। ਇਸ ਗੱਲ ਦੇ ਡਰੋਂ ਉਹਨਾਂ ਨੇ ਅਸਤੀਫਾ ਦਿੱਤਾ
ਤੇ ਮੁੜ ਕੇ ਹੁਣ NDA ਦੇ ਨਾਲੋਂ ਜਿਹੜਾ ਜੀ ਉਹ ਨਾਤਾ ਤੋੜਿਆ। ਪਰ ਇਹ ਕਿਹਾ ਜਾ ਰਿਹਾ ਕਿ ਜਿੰਨਾ ਕੁ ਨੁਕਸਾਨ NDA ਦਾ ਪਾਰਟ ਬਣ ਕੇ ਅਕਾਲੀ ਦਲ ਬਾਦਲ ਨੇ ਪੰਜਾਬ ਦਾ, ਪੰਥ ਦਾ ਕਰ ਦਿੱਤਾ, ਉਹ ਨੁਕਸਾਨ ਦੀ ਭਰਪਾਈ ਕਦੇ ਹੋ ਸਕੂਗੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਸਵਾਲ ਹੈ, ਜਿਹੜਾ ਕਿ ਸਮੇਂ ਦੇ ਭਵਿੱਖ ਦੇ ਵਿੱਚ ਇੱਕ ਵੱਡਾ ਸਵਾਲ ਬਣ ਕੇ ਉਭਰੂਗਾ। ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਵੇਗੀ ਜੀ। ਸਤਿ ਸ਼੍ਰੀ ਅਕਾਲ।